ਨਜ਼ਰਸਾਨੀ प्रोग्राम देख रहे दर्शकों का स्वागत है। मैं हाँ कमलजीत सिद्धू। दोस्तों इस मुल्क ਦੇ ਵਿੱਚ ਨਾ आम तौर ਦੇ ਉੱਤੇ ਬਹੁਤ ਵਾਰੀ ਇਹ ਗੱਲ ਕੀਤੀ ਜਾਂਦੀ ਹੈ ਕਿ ਇਹ ਮੁਲਕ ਹਿੰਦੂ ਰਾਸ਼ਟਰ ਹੈ। ਕਈ ਸੁਰਾਂ ਉੱਭਰਦੀਆਂ ਨੇ, ਕਈ ਗੱਲਾਂ ਕੀਤੀਆਂ ਜਾਂਦੀਆਂ ਨੇ। ਅਸੀਂ ਤਾਂ ਦੁਨੀਆ ਦੇ ਸਾਹਮਣੇ ਇਹ ਮੰਨਦੇ ਹਾਂ ਕਿ ਭਾਰਤ ਇੱਕ ਵੱਡਾ ਲੋਕਤੰਤਰ ਮੁਲਕ ਹੈ, ਪਰ ਇੱਕ ਧਿਰ ਇਹੋ ਜਿਹੀ ਆ ਜਿਹੜੀ ਦਿਨ ਰਾਤ ਇਸੇ ਗੱਲ ਦੀ ਰੱਟ ਲਾਈ ਬੈਠੀ ਰਹਿੰਦੀ ਆ ਕਿ ਤੁਸੀਂ ਦੱਸੋ ਕਿ ਅੱਜ ਕੀ ਲੋੜ ਹੈ ਸਾਨੂੰ ਹਿੰਦੂ ਰਾਸ਼ਟਰ ਦੀ ਜਾਂ ਫਿਰ हिंदुस्तानी राष्ट्र की लोड़ है। इस दे उत्ते ही गलबात करते हैं। हिंदू राष्ट्र हरेक वो जो भाजपा पक्ष का बंदा आ वो बोलता आ, चाहे भाजपा के कोई लीडर है वो बोलते हैं वारी वारी। दूसरियां घट गिणतियां उन्होंने ये गल्लां बड़ियां चुभदियां ने कि ये आखिर वार वार हिंदू राष्ट्र की रट क्यों लाई बैठे आ। इत्थे एक गल जिहड़ी सामने उभर के आई आ वो ये है कि हिंदू राष्ट्र नहीं बल्कि भारत के सारे हिंदुस्तानियों का हिंदुस्तानी राष्ट्र बनाना चाहिए। क्यों बनाना चाहिए? क्योंकि अमरीकी सरकार वालों अपनी सालाना रिपोर्ट विच इस वार मुड़ तो भारत विच मनुखी अधिकारां की उलंघना के उत्ते रोशनी पाई गई है। अमरीकी सरकार वालों अपनी सालाना रिपोर्ट विच ਇਹ ਗੱਲ ਦੱਸੀ ਗਈ ਹੈ ਕਿ ਘੱਟ ਗਿਣਤੀਆਂ ਵਿਰੋਧੀਆਂ ਤੇ ਪੱਤਰਕਾਰਾਂ ਨੂੰ ਨਿਸ਼ਾਨੇ ਦੇ ਉੱਤੇ ਲਿਆ ਜਾ ਰਿਹਾ। ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਸ ਸਮੇਂ ਭਾਰਤ ਅਤੇ ਅਮਰੀਕਾ ਵਿਚਕਾਰ ਰਿਸ਼ਤੇ ਬੜੇ ਕਰੀਬੀ ਦੱਸੇ ਜਾ ਰਹੇ ਨੇ, ਉਸ ਵਕਤ ਅਮਰੀਕੀ ਆਗੂ ਐਂਟਨੀ ਬਲਿੰਕਨ ਦਾ ਕਹਿਣਾ ਹੈ ਕਿ ਉਹ ਪਿਛਲੇ 1 ਸਾਲ ਤੋਂ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਬਾਰੇ ਗਤੀਵਿਧੀਆਂ ਦੇ ਉੱਤੇ ਖਾਸ ਨਿਗਾਹ ਰੱਖ ਰਹੇ ਨੇ ਤੇ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਦੇ ਵਿੱਚ ਵੱਡਾ ਵਾਧਾ ਹੋਇਆ ਆ। ਇਹ ਉਹਨਾਂ ਨੇ ਆਪ ਵੇਖਿਆ ਆ। ਅਮਰੀਕੀ ਸਰਕਾਰ ਦੇ ਇਹ ਸਕੱਤਰ ਅਜੇ 2 ਹਫ਼ਤੇ ਪਹਿਲਾਂ ਭਾਰਤ ਵਿੱਚ ਸਨ ਤੇ ਉਹਨਾਂ ਦੀ ਇਸ ਟਿੱਪਣੀ ਤੇ ਪਿਛਲੀ ਯਾਤਰਾ ਦੀਆਂ ਸੁਰਖੀਆਂ ਦੇ ਵਿੱਚ ਵੱਡਾ ਅੰਤਰ ਹੈ। ਉਹਨਾਂ ਅਨੁਸਾਰ ਸਰਕਾਰ ਪੁਲਿਸ ਅਤੇ ਜੇਲ੍ਹ ਅਧਿਕਾਰੀਆਂ ਵੱਲੋਂ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ, ਕਿਉਂਕਿ ਅਜੇ ਇਸੇ ਹਫ਼ਤੇ ਅਸੀਂ ਵੇਖਿਆ ਕਿ ਇੱਕ ਜੇਲ੍ਹ ਅਧਿਕਾਰੀ ਨੇ ਇੱਕ ਕੈਦੀ ਦੇ ਸਰੀਰ ਦੇ ਉੱਤੇ ਗਰਮ ਚਿਮਟੇ ਨਾਲ ਚਮੜੀ ਸਾੜ ਕੇ ਨਿਸ਼ਾਨ ਉੱਕਰ ਦਿੱਤਾ। ਪੱਤਰਕਾਰਾਂ ਉੱਤੇ ਜਿਸ ਤਰ੍ਹਾਂ ਦੀ ਤਲਵਾਰ ਲਟਕਦੀ ਰਹਿੰਦੀ ਹੈ ਉਸ ਬਾਰੇ ਤਾਂ ਸਾਡੀ ਸੁਪਰੀਮ ਕੋਰਟ ਵੀ ਟਿੱਪਣੀਆਂ ਵੀ ਬਹੁਤ ਕੁਝ ਬਿਆਨ ਕਰਦੀਆਂ ਨੇ। ਸੁਪਰੀਮ ਕੋਰਟ ਦੀਆਂ ਟਿੱਪਣੀਆਂ ਇਸ ਬਾਰੇ ਦੱਸਦੀਆਂ ਨੇ ਕਿ ਪੱਤਰਕਾਰਾਂ ਦੇ ਉੱਤੇ ਵੀ ਜ਼ੁਲਮ ਹੁੰਦਾ ਆ। ਇੱਕ ਅਮਰੀਕੀ ਰਿਪੋਰਟ ਸਾਡੇ ਅੰਦਰ ਦੀ ਅਸਲੀਅਤ ਨੂੰ ਸਮਝਣ ਵਾਸਤੇ ਜ਼ਰੂਰੀ ਨਹੀਂ ਹੈ, ਪਰ ਇਹ ਸਮਝਣਾ ਜ਼ਰੂਰੀ ਹੈ ਕਿ ਜੇ ਉਹ ਸਾਡੇ ਬਾਰੇ ਸੱਚ ਬੋਲਦੇ ਨੇ ਤਾਂ ਕਦੇ ਵੀ ਸਾਡੇ ਨਾਲ ਕੰਮ ਨਹੀਂ ਕਰਨਗੇ। ਉਹ ਸਾਡੇ ਪੈਸੇ ਨਾਲ ਆਪਣੀ ਅਰਥ ਵਿਵਸਥਾ ਨੂੰ ਸੁਧਾਰਨ ਵਾਸਤੇ ਮਦਦ ਤਾਂ ਲੈਣਗੇ, ਪਰ ਸਾਡੇ ਦੇਸ਼ ਦੇ ਵਿੱਚ ਨਿਵੇਸ਼ ਨਹੀਂ ਕਰਨਗੇ ਸਿਰਫ ਇਹਨਾਂ ਵਜ੍ਹਾ ਦੀ ਕਾਰਨ। ਅਸੀਂ ਆਪਣੇ ਦੇਸ਼ ਦੀ ਤਾਕਤ ਸਮਝਦੇ ਹਾਂ ਤੇ ਅਸੀਂ ਅਮਰੀਕਾ ਤੋਂ ਹਵਾਈ ਜਹਾਜ਼ ਜਾਂ ਫਰਾਂਸ ਤੋਂ ਹਥਿਆਰ ਖਰੀਦਣ ਦੀ ਸਮਰੱਥਾ ਰੱਖਦੇ ਹਾਂ, ਪਰ ਅਸਲ ਜਿਹੜੀ ਤਾਕਤ ਹੈ ਉਹਨਾਂ ਦੀ ਹੀ ਹੈ, ਕਿਉਂਕਿ ਉਹਨਾਂ ਕੋਲੇ ਇਹ ਮਹਿੰਗੇ ਹਥਿਆਰ ਤੇ ਹਵਾਈ ਜਹਾਜ਼ ਬਣਾਉਣ ਵਾਲੀ ਸਮਰੱਥਾ ਹੈ ਤੇ ਇਹ ਸਾਡੀ ਮਜਬੂਰੀ ਹੈ ਕਿ ਅਸੀਂ ਬਾਕੀਆਂ ਦੇ ਉੱਤੇ ਡਿਪੈਂਡ ਹਾਂ, ਉਹਨਾਂ ਦੇ ਉੱਤੇ ਨਿਰਭਰ ਹਾਂ। ਜਿਸ ਰਿਸ਼ਤੇ ਉੱਤੇ ਅਸੀਂ ਫਖਰ ਕਰਦੇ ਹਾਂ ਉਹ ਅਸਲ ਵਿੱਚ ਸੱਚਾ ਨਹੀਂ ਹੈ। ਉਹ ਸਾਡੇ ਮੂੰਹ 'ਤੇ ਸਾਡੀ ਸਿਫਤ ਉਸੇ ਤਰ੍ਹਾਂ ਹੀ ਕਰ ਰਹੇ ਨੇ ਜਿਸ ਤਰ੍ਹਾਂ ਦੁਕਾਨਦਾਰ ਆਪਣਾ ਸਮਾਨ ਵੇਚਣ ਵਾਸਤੇ ਕਿਸੇ ਗਾਹਕ ਦੀਆਂ ਤਾਰੀਫਾਂ ਕਰਦਾ ਆ ਤੇ ਉਸਦੇ ਪਿੱਛੇ ਉਸਦਾ ਮਜ਼ਾਕ ਉਡਾਉਂਦਾ ਆ। ਅਮਰੀਕੀ ਸਕੱਤਰ ਨੇ ਠੀਕ ਇਸੇ ਤਰ੍ਹਾਂ ਭਾਰਤ ਨਾਲ ਕੀਤਾ ਆ, ਪਰ ਉਹਨਾਂ ਦੀ ਗੱਲ ਵਿੱਚ ਸੱਚਾਈ ਵੀ ਹੈ। ਭਾਰਤ ਵਿੱਚ ਜਿਵੇਂ ਜਿਵੇਂ ਜਨਸੰਖਿਆ ਵੱਧਦੀ ਜਾ ਰਹੀ ਹੈ, ਮਨੁੱਖੀ ਅਧਿਕਾਰਾਂ ਦੀ ਕਦਰ ਜਿਹੜੀ ਹੈ ਉਹ ਘਟਦੀ ਜਾ ਰਹੀ ਹੈ। ਅੱਜ ਦੀ ਹਕੂਮਤ ਇਹ ਤਾਂ ਵਾਰ-ਵਾਰ ਆਖਦੀ ਹੈ ਕਿ ਇਹ ਦੇਸ਼ ਹੁਣ ਹਿੰਦੂ ਰਾਸ਼ਟਰ ਹੈ, ਪਰ ਫਿਰ ਜਦੋਂ ਇਸ ਰਾਸ਼ਟਰ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਕੀਮਤ ਨਹੀਂ ਦੱਸੀ ਜਾਂਦੀ ਤਾਂ ਉਹ ਆਪ ਹੀ ਆਪਣੀ ਸੋਚ ਦਾ ਸਤਿਕਾਰ ਵਧਾਉਣ ਦੇ ਵਿੱਚ ਹਾਰ ਜਾਂਦੇ ਹੈ। ਸਵਾਲ ਹਿੰਦੂ ਰਾਸ਼ਟਰ ਦਾ ਨਹੀਂ ਹੈ, ਸਵਾਲ ਇਹ ਹੈ ਕਿ ਇਸ ਹਿੰਦੂ ਰਾਸ਼ਟਰ ਦੇ ਵਿੱਚ ਲੋਕਤੰਤਰ, ਧਾਰਮਿਕ ਵਿਲੱਖਣਤਾ, ਆਜ਼ਾਦ ਸੋਚ ਤੇ ਆਵਾਜ਼ ਨੂੰ ਕਿਵੇਂ ਵੇਖਿਆ ਜਾਂਦਾ ਆ। ਸਵਾਲ ਇਹ ਹੈ। ਇੱਕ ਪਾਸੇ ਅਮਰੀਕਾ ਹੈ ਜੋ ਬਿਨਾਂ ਕਿਸੇ ਸ਼ੱਕ ਦੇ ਇੱਕ ਈਸਾਈ ਮੁਲਕ ਹੈ, ਤੇ ਦੂਜੇ ਪਾਸੇ ਹਿਟਲਰ ਦਾ ਜਰਮਨੀ ਸੀ ਜੋ ਆਪ ਵੀ ਈਸਾਈ ਧਰਮ ਦੀ ਉੱਚਤਾ ਦਾ ਪ੍ਰਤੀਕ ਸੀ। ਇੱਕ ਇਸਲਾਮੀ ਦੇਸ਼ ਅਫਗਾਨਿਸਤਾਨ ਹੈ ਤੇ ਦੂਜਾ ਦੁਬਈ ਹੈ।
ਜੇ ਅਸਲ ਤਾਕਤ ਬਣਾਉਣੀ ਹੈ ਤਾਂ ਪਹਿਲਾਂ ਆਪਣੇ ਆਪ ਨੂੰ ਗਰੀਬੀ ਮੁਕਤ, ਘੱਟ ਗਿਣਤੀਆਂ ਪ੍ਰਤੀ ਸੰਵੇਦਨਸ਼ੀਲ, ਸਾਰੇ ਦੇਸ਼ ਵਾਸੀਆਂ ਨੂੰ ਹਿੰਦੂ, ਮੁਸਲਿਮ, ਈਸਾਈ ਜਾਂ ਸਿੱਖ ਵਸੋਂ ਨਾਲ ਨਹੀਂ ਸਗੋਂ ਬਰਾਬਰ ਦਾ ਹਿੰਦੁਸਤਾਨੀ ਮੰਨਣ ਵਾਲੇ ਅਤੇ ਆਰਥਿਕ ਤੌਰ ਦੇ ਉੱਤੇ ਸਮਰਿੱਧ ਅਤੇ ਲੋਕ ਰਾਜੀ ਭਾਰਤ ਦੇ ਨਿਰਮਾਤਾ ਸਿੱਧ ਕਰਨਾ ਇਹ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਅੱਜ ਸਾਡੇ ਦੇਸ਼ ਦਾ ਜਿਹੜਾ ਇੱਕ ਲੋਕਤੰਤਰ ਜਿਹਦੇ ਉੱਤੇ ਅਸੀਂ ਮਾਣ ਕਰਦੇ ਹਾਂ, ਵਿਦਵਤਾ ਦਾ ਮਾਣ ਕਰਨ ਵਾਲਿਆਂ ਦੇ ਘੇਰੇ ਵਿੱਚ ਓਨਾ ਉੱਚਾ ਹੁਣ ਨਹੀਂ ਰਿਹਾ ਗਾ। ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਆਰਥਿਕ ਜਾਂ ਬੌਧਿਕ ਗੁਲਾਮੀ ਦੀ ਸੋਚ ਜਿਹੜੀ ਹੈ ਉਹ ਸਹੀ ਨਹੀਂ ਹੈ। ਇਸ ਚੀਜ਼ ਦੇ ਉੱਤੇ ਗੌਰ ਕਰਨਾ ਪਊਗਾ। ਪੂਰੇ ਵਿਸ਼ਵ ਦੇ ਵਿੱਚ 10 ਦਸੰਬਰ ਨੂੰ ਅਸੀਂ ਦੇਖਦੇ ਹਾਂ ਕਿ ਅੰਤਰਰਾਸ਼ਟਰੀ ਜਿਹੜੇ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾਂਦਾ ਆ, ਤੇ ਇਸ ਦਿਨ ਜਿਹੜਾ ਆ ਸੰਯੁਕਤ ਰਾਸ਼ਟਰ ਅਸੈਂਬਲੀ ਨੇ ਜੋ ਆ 1946 ਦੇ ਵਿੱਚ ਵਿਸ਼ਵ ਮਨੁੱਖੀ ਅਧਿਕਾਰਾਂ ਦਾ ਐਲਾਨ ਕੀਤਾ ਸੀ। ਇਸੇ ਐਲਾਨ ਦੇ ਅਧੀਨ ਹੀ ਮਨੁੱਖੀ ਸਬੰਧਾਂ ਤੇ ਉਸ ਦੇ ਰਿਆਸਤ ਅਤੇ ਵਿਅਕਤੀਆਂ ਵਾਲੇ ਸਬੰਧਾਂ ਨੂੰ ਲੈ ਕੇ ਕੁਝ ਆਮ ਕਦਰਾਂ ਕੀਮਤਾਂ ਦੀ ਘੋਸ਼ਣਾ ਕੀਤੀ ਗਈ ਸੀ। 2021 ਦੀ ਗੱਲ ਕਰੀਏ ਤਾਂ ਵਰ੍ਹੇ ਦਾ ਪ੍ਰਮੁੱਖ ਜੋ ਮਜ਼ਮੂਨ ਹੈ ਬਰਾਬਰੀ ਹੈ, ਜਿਸ ਦਾ ਭਾਵ ਹੈ ਕਿ ਨਾ ਬਰਾਬਰੀ ਨੂੰ ਘਟਾਉਣਾ ਅਤੇ ਮਨੁੱਖੀ ਅਧਿਕਾਰਾਂ ਨੂੰ ਅੱਗੇ ਤੋਰਨਾ। ਮਨੁੱਖੀ ਅਧਿਕਾਰ ਨਸਲ ਦੀ ਅਗਰ ਗੱਲ ਕਰ ਲਈ ਜਾਵੇ, ਇਸੇ ਤਰ੍ਹਾਂ ਕੌਮੀਅਤ ਦੀ ਗੱਲ ਕੀਤੀ ਜਾਵੇ, ਭਾਸ਼ਾ, ਧਰਮ ਜਾਂ ਕਿਸੇ ਵੀ ਹੋਰ ਰੁਤਬੇ ਤੋਂ ਦੇ ਭੇਦਭਾਵ ਤੋਂ ਬਿਨਾਂ ਹਰ ਇੱਕ ਮਨੁੱਖ ਦਾ ਬੁਨਿਆਦੀ ਅਧਿਕਾਰ ਹੁੰਦਾ ਆ। ਇਸ ਵਿੱਚ ਹੀ ਜਿਉਣ ਦਾ ਅਧਿਕਾਰ, ਗੁਲਾਮੀ ਅਤੇ ਜਿਹੜਾ ਉਤਪੀੜਨ ਹੈ ਉਹ ਤੋਂ ਆਜ਼ਾਦੀ, ਵਿਚਾਰ ਪ੍ਰਗਟਾਉਣ ਦੀ ਆਜ਼ਾਦੀ, ਕੰਮ ਕਰਨ ਅਤੇ ਸਿੱਖਿਆ ਦਾ ਅਧਿਕਾਰ ਅਤੇ ਹੋਰ ਬਹੁਤ ਸਾਰੇ ਅਧਿਕਾਰ ਸ਼ਾਮਲ ਹੈ। ਜਿਸ ਤਰੀਕੇ ਨਾਲ ਕਿ ਮਨੁੱਖੀ ਅਧਿਕਾਰ ਦਿਵਸ ਮਨਾਇਆ ਜਾਂਦਾ, ਇਹ ਸਾਰੀ ਸਮੀਖਿਆ ਹੈ ਉਸੇ ਗੱਲ ਦੀ ਕਿ ਇਹਦੇ 'ਚ ਕੀ ਕੀ ਹੁੰਦਾ ਆ। ਨੈਲਸਨ ਮੰਡੇਲਾ ਦੀ ਇੱਥੇ ਗੱਲ ਕਰ ਲੈਂਦੇ ਆ। ਉਹਦਾ ਮੰਨਣਾ ਸੀ ਕਿ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਤੋਂ ਵਾਂਝੇ ਰੱਖਣਾ ਉਹਨਾਂ ਦੀ ਮਨੁੱਖਤਾ ਤੋਂ ਇਨਕਾਰੀ ਹੋਣਾ ਹੈ। ਮੌਜੂਦਾ ਸਮੇਂ ਦੀ ਗੱਲ ਕਰ ਲਈ ਜਾਵੇ ਤਾਂ ਭਾਰਤ ਵਿੱਚ ਪ੍ਰਮੁੱਖ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਿਹੜੀ ਆ ਉਹਦੀ ਗੱਲ ਉੱਠਦੀ ਰਹਿੰਦੀ ਆ, ਸਾਹਮਣੇ ਆਉਂਦੀ ਰਹਿੰਦੀ ਨੇ, ਜਿਸ ਵਿੱਚ ਗੈਰ ਕਾਨੂੰਨੀ ਹੱਤਿਆਵਾਂ, ਪੁਲਿਸ ਦੁਆਰਾ ਗੈਰ ਨਿਆਇਕ ਹੱਤਿਆਵਾਂ, ਪੁਲਿਸ ਅਤੇ ਜੇਲ੍ਹ ਅਧਿਕਾਰੀਆਂ ਦੁਆਰਾ ਕੀਤੇ ਜਾਂਦੇ ਗੈਰ ਮਨੁੱਖੀ ਵਰਤਾਰੇ, ਸਰਕਾਰੀ ਅਧਿਕਾਰੀਆਂ ਦੁਆਰਾ ਕਿਸੇ ਨੂੰ ਬੰਦੀ ਬਣਾਉਣ, ਸਖਤ ਜੇਲ੍ਹ ਸਥਿਤੀਆਂ, ਬੋਲਣ ਦੀ ਆਜ਼ਾਦੀ ਉੱਤੇ ਪਾਬੰਦੀਆਂ, ਇਸ ਤੋਂ ਇਲਾਵਾ ਨਿਯੰਤਰਣ, ਗੈਰ ਸਰਕਾਰੀ ਸੰਸਥਾਵਾਂ ਉੱਤੇ ਕੰਟਰੋਲ, ਰਾਜਨੀਤਿਕ ਭਾਗੀਦਾਰੀ ਉੱਪਰ ਨਿਯੰਤਰਣ, ਸਾਰੀਆਂ ਸਰਕਾਰੀ ਸੰਸਥਾਵਾਂ ਵਿੱਚ ਭ੍ਰਿਸ਼ਟਾਚਾਰ, ਔਰਤਾਂ ਵਿਰੁੱਧ ਹਿੰਸਾ ਅਤੇ ਘੱਟ ਗਿਣਤੀਆਂ ਪ੍ਰਤੀ ਭੇਦਭਾਵ ਆਦਿ ਸ਼ਾਮਲ ਹੈ। ਇਹ 'ਚ ਕੋਈ ਸ਼ੱਕ ਨਹੀਂ, ਹਰ ਰੋਜ਼ ਅਸੀਂ ਖਬਰਾਂ ਪੜ੍ਹਦੇ ਹਾਂ, ਇਹ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਹੁਣ ਇੱਥੇ ਗੱਲ ਕਰਦੇ ਹਾਂ ਭਾਰਤ ਵਿੱਚ ਪੁਲਿਸ ਨਿਗਰਾਨੀ ਤੱਕ ਪੁਲਿਸ ਦੁਆਰਾ ਵਰਤੇ ਜਾਂਦੇ ਗੈਰ ਕਾਨੂੰਨੀ ਢੰਗ ਬਹੁਤ ਜ਼ਿਆਦਾ ਵੱਧ ਚੁੱਕੇ ਨੇ, ਜਿਸ ਦਾ ਨਤੀਜਾ ਕਿਸੇ ਨੂੰ ਜ਼ਖਮੀ ਕਰਨ, ਮੌਤ ਅਤੇ ਸ਼ੱਕੀਆਂ ਨੂੰ ਪੂਰੀ ਤਰ੍ਹਾਂ ਬਰਬਾਦ ਕਰਨ ਦੇ ਰੂਪ ਦੇ ਵਿੱਚ ਨਿਕਲਦਾ। ਪੁਲਿਸ ਦੁਆਰਾ ਦਿਖਾਈ ਜਾਂਦੀ ਕਰੂਰਤਾ ਨੂੰ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਦੇ ਰੂਪ ਵਿੱਚ ਪ੍ਰਭਾਸ਼ਿਤ ਕੀਤਾ ਜਾ ਸਕਦਾ, ਜਿਸ ਵਿੱਚ ਇੱਕ ਪੁਲਿਸ ਅਧਿਕਾਰੀ ਸ਼ੱਕੀ ਵਿਰੁੱਧ ਬਹੁਤ ਜ਼ਿਆਦਾ ਤਾਕਤ ਦੀ ਵਰਤੋਂ ਕਰਦਾ ਆ। ਇਸ ਵਿੱਚ ਕਿਸੇ ਨੂੰ ਡਰਾਉਣਾ, ਧਮਕਾਉਣਾ, ਕੁੱਟਣਾ, ਮਾਰਨਾ, ਅੰਦੋਲਨ ਵਿੱਚ ਦੰਗਾ ਰੋਕੂ ਮਸ਼ੀਨਰੀ ਦਾ ਪ੍ਰਯੋਗ ਕਰਨਾ, ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣਾ ਅਤੇ ਮੌਤ ਵੀ ਸ਼ਾਮਲ ਹੈ। ਪੁਲਿਸ ਦੀਆਂ ਇਹ ਗੈਰ ਕਾਨੂੰਨੀ ਗਤੀਵਿਧੀਆਂ ਅਸਲ ਵਿੱਚ ਜਿਉਣ ਦੇ ਅਧਿਕਾਰ, ਨਿੱਜੀ ਆਜ਼ਾਦੀ ਦੇ ਅਧਿਕਾਰ ਦੀ ਉਲੰਘਣਾ ਆ। ਭਾਰਤ ਵਿੱਚ ਪੁਲਿਸ ਨਿਗਰਾਨੀ ਹੇਠ ਹੋਈਆਂ ਗੈਰ ਕਾਨੂੰਨੀ ਹੱਤਿਆਵਾਂ ਦਾ ਇੱਕ ਲੰਮਾ ਇਤਿਹਾਸ ਹੈ। ਸ਼ੱਕੀ ਖਿਲਾਫ ਸਬੂਤ ਜੁਟਾਉਣ ਦੀ ਕੋਸ਼ਿਸ਼ ਵਿੱਚ ਪੁਲਿਸ ਹਿੰਸਕ ਹੋ ਜਾਂਦੀ ਹੈ ਕਿ ਸ਼ੱਕੀ ਖਿਲਾਫ ਸਬੂਤ ਜੁਟਾਉਣ ਦੀ ਜਿਹੜੀ ਕੋਸ਼ਿਸ਼ ਹੁੰਦੀ ਹੈ ਉਹਦੇ ਵਿੱਚ ਪੁਲਿਸ ਹਿੰਸਕ ਹੋ ਜਾਂਦੀ ਹੈ ਅਤੇ ਵਿਅਕਤੀਆਂ ਨੂੰ ਮਾਨਸਿਕ ਅਤੇ ਸਰੀਰਕ ਰੂਪ ਵਿੱਚ ਬਹੁਤ ਪ੍ਰਭਾਵਿਤ ਕਰਦੀ ਹੈ। ਅਸੀਂ ਐਮਰਜੈਂਸੀ ਦੇ ਹਾਲਾਤ ਦੇਖੇ ਆ। ਐਮਰਜੈਂਸੀ ਸਮੇਂ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੱਡੇ ਰੂਪ ਵਿੱਚ ਹੋਈ ਸੀਗੀ ਅਤੇ ਉਸ ਤੋਂ ਬਾਅਦ ਹੋਰ ਅਸੀਂ ਦੇਖਦੇ ਹਾਂ ਕਿ 1980 ਵਿੱਚ ਇਸ ਦੀ ਗੰਭੀਰਤਾ ਵਿੱਚ ਹੋਰ ਜ਼ਿਆਦਾ ਵਾਧਾ ਹੋ ਗਿਆ ਸੀ। ਇਸ ਤੋਂ ਬਾਅਦ ਤਸੀਹੇ ਦੇਣ ਦੀਆਂ ਜਿਹੜੀਆਂ ਤਕਨੀਕਾਂ ਵਿੱਚ ਭਾਰੀ ਬਦਲਾਅ ਆਇਆ ਸੀ ਕਿ ਦੋਸ਼ੀ ਉੱਪਰ ਕੋਈ ਸਰੀਰਕ ਜ਼ਖਮ ਨਹੀਂ ਸਨ ਛੱਡਦੀਆਂ। 80ਵਿਆਂ ਦੇ ਅੰਤ ਤੱਕ ਸੈਂਕੜੇ ਹੀ ਲੋਕਾਂ ਨੂੰ ਤਸੀਹੇ ਦਿੱਤੇ ਗਏ, ਉਹਨਾਂ ਦੀ ਗੈਰ ਨਿਆਇਕ ਹੱਤਿਆਵਾਂ ਹੋਈਆਂ। ਬਹੁਤ ਸਾਰੇ ਕੇਸਾਂ ਵਿੱਚ ਇਹ ਮਹਿਜ ਸ਼ੱਕ ਦੇ ਆਧਾਰ ਦੇ ਉੱਤੇ ਕੀਤਾ ਗਿਆ। ਪੁਲਿਸ ਦੁਆਰਾ ਨਿਰਦਈ ਤਰੀਕੇ ਨਾਲ ਮਾਰੇ ਗਏ ਨੌਜਵਾਨਾਂ ਨੂੰ ਖੇਤਾਂ ਜਾਂ ਜਲ ਸਰੋਤਾਂ ਦੇ ਵਿੱਚ ਸੁੱਟ ਦਿੱਤਾ ਜਾਂਦਾ ਸੀਗਾ। ਜਸਵੰਤ ਸਿੰਘ ਖਾਲੜਾ ਵਾਲੀ ਰਿਪੋਰਟ ਸਾਡੇ ਕੋਲ ਆ, ਜਿਹਦੇ ਵਿੱਚ 25,000 ਤੋਂ ਵੱਧ ਜਿਹੜੇ ਨੌਜਵਾਨ ਆ ਉਹਨਾਂ ਦਾ ਰਿਕਾਰਡ ਇਕੱਠੇ ਕਰਦਿਆਂ
ਇੱਕ ਆਪ ਵੀ ਉਹ ਸ਼ਾਮਲ ਹੋ ਗਏ ਸੀ, ਉਹਨਾਂ ਨੂੰ ਵੀ ਇੱਥੇ ਖਪਾ ਦਿੱਤਾ ਗਿਆ ਸੀ। ਇਹ ਵੀ ਤਾਂ ਮਨੁੱਖੀ ਅਧਿਕਾਰਾਂ ਦੀ ਵੱਡੀ ਉਲੰਘਣਾ ਸੀ। ਮਾਝੇ ਦੇ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਸੀਗੇ। ਇਹ ਜਿਹੜਾ ਦੌਰ ਉਹ ਪੰਜਾਬ ਦਾ ਕਾਲਾ ਚੱਲਿਆ ਆ ਔਰ ਇਹਦੇ ਵਿੱਚ ਬਹੁਤ ਆਪ ਹੁਦਰੀਆਂ ਜਿਹੜੀਆਂ ਸੀਗੀਆਂ ਉਹ ਪੁਲਿਸ ਦੀਆਂ ਵੀ ਵਧੀਆਂ ਸੀਗੀਆਂ। ਹੁਣ ਵੀ ਕੋਈ ਨਾ ਕੋਈ ਕੇਸ ਪੱਟਿਆ ਜਾਂਦਾ ਹੈ ਤਾਂ ਪਤਾ ਲੱਗਦਾ ਕਿ 30 ਸਾਲ ਪੁਰਾਣੇ ਦੋਸ਼ਾਂ ਵਿੱਚ ਇੰਨੇ ਪੁਲਿਸੀਆਂ ਨੂੰ ਜਿਹੜੀ ਆ ਉਹ ਸਜ਼ਾ ਕੀਤੀ ਗਈ ਹੈ। ਤਾਂ ਇਸ ਕਰਕੇ ਉਹ ਵੇਲਾ ਇਹੋ ਜਿਹਾ ਸੀ ਜਦੋਂ ਨੌਜਵਾਨਾਂ ਨੂੰ, ਵਿਦਿਆਰਥੀਆਂ ਨੂੰ ਜਿਹੜਾ ਸੀਗਾ ਇਹ ਵੀ ਇਸ ਦਾ ਸਾਹਮਣਾ ਕਰਨਾ ਪਿਆ ਸੀ। ਸਿੱਖ ਨੌਜਵਾਨਾਂ ਨੂੰ ਇਸ ਦਾ ਬਹੁਤ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਉਹਨਾਂ ਦੀਆਂ ਰਾਜਨੀਤਿਕ ਜਿਹੜੀਆਂ ਅਭਿਲਾਸ਼ਾਂ ਸੀ ਉਹਨਾਂ ਨੂੰ ਬਹੁਤ ਹੀ ਸਖਤੀ ਦੇ ਨਾਲ ਦਬਾਇਆ ਗਿਆ ਸੀਗਾ। ਸਾਲ 2021 ਦੀ ਇੱਕ ਹੋਰ ਰਿਪੋਰਟ ਤੇ ਨਿਗਾਹ ਮਾਰ ਲੈਂਦੇ ਹਾਂ। ਸੰਯੁਕਤ ਰਾਜ ਅਮਰੀਕਾ ਦੁਆਰਾ ਜਾਰੀ ਕੀਤੀ ਗਈ ਸੀ। ਇਸ ਵਿੱਚ ਦੱਸਿਆ ਸੀ ਕਿ ਭਾਰਤ ਵਿੱਚ 1 ਦਰਜਨ ਤੋਂ ਵੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਕੇਸ ਸਾਹਮਣੇ ਆਏ ਨੇ, ਜਿਸ ਵਿੱਚ ਪ੍ਰਮੁੱਖ ਰੂਪ ਵਿੱਚ ਗੈਰ ਕਾਨੂੰਨੀ ਹੱਤਿਆਵਾਂ ਤੇ ਪੁਲਿਸ ਦੁਆਰਾ ਕੀਤੇ ਨਿਰਦਈ ਕਾਰੇ ਸ਼ਾਮਲ ਨੇ। ਇਸ ਰਿਪੋਰਟ ਵਿੱਚ ਬੋਲਣ ਦੀ ਆਜ਼ਾਦੀ ਦੇ ਉੱਪਰ ਪਾਬੰਦੀਆਂ, ਪ੍ਰੈਸ ਦੀ ਆਜ਼ਾਦੀ ਉੱਪਰ ਨਿਯੰਤਰਣ, ਪੱਤਰਕਾਰਾਂ ਵਿਰੁੱਧ ਵੱਧਦੀਆਂ ਹਿੰਸਕ ਘਟਨਾਵਾਂ, ਸੋਸ਼ਲ ਮੀਡੀਆ ਉੱਪਰ ਨਿਯੰਤਰਣ, ਸਾਈਟਾਂ ਨੂੰ ਬਲੌਕ ਕਰਨ ਬਾਰੇ ਵੀ ਗੱਲ ਕੀਤੀ ਗਈ ਹੈ। ਸਰਕਾਰ ਆਮ ਤੌਰ ਤੇ ਇਸ ਅਧਿਕਾਰ ਦੀ ਉਲੰਘਣਾ ਨਹੀਂ ਕਰਦੀ, ਪਰ ਇਸ ਸਮੇਂ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵੇਖਣ ਨੂੰ ਮਿਲੀਆਂ ਨੇ ਜਿਸ ਵਿੱਚ ਸਰਕਾਰ ਦੀ ਆਲੋਚਨਾ ਕਰਨ ਵਾਲੇ ਮੀਡੀਆ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕਈ ਸਾਰੇ ਕੇਸਾਂ ਵਿੱਚ ਰਾਜਨੀਤਿਕ ਵਿਚਾਰ ਪ੍ਰਗਟਾਉਣ ਨੂੰ ਨਫ਼ਰਤੀ ਭਾਸ਼ਣਾਂ ਦੇ ਨਾਲ ਜੋੜਿਆ ਗਿਆ ਹੈ। ਸਰਕਾਰ ਦੀ ਆਲੋਚਨਾ ਕਰਨ ਵਾਲੇ ਪੱਤਰਕਾਰਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਹੈ। ਮਨੁੱਖੀ ਅਧਿਕਾਰਾਂ ਸੰਬੰਧੀ ਵਿਸ਼ਵ ਰਿਪੋਰਟ 2021 ਵਿੱਚ ਵੀ ਇਹ ਗੱਲ ਕੀਤੀ ਗਈ ਹੈ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਅਧੀਨ ਲਗਾਤਾਰ ਮਨੁੱਖੀ ਅਧਿਕਾਰ ਕਾਰਕੁਨਾਂ, ਪੱਤਰਕਾਰਾਂ, ਵਿਦਿਆਰਥੀਆਂ ਅਤੇ ਸਰਕਾਰ ਦੀ ਨੀਤੀ ਦੀ ਆਲੋਚਨਾ ਕਰਨ ਵਾਲਿਆਂ ਨੂੰ ਤੰਗ ਪਰੇਸ਼ਾਨ ਕਰਕੇ ਗ੍ਰਿਫਤਾਰ ਕੀਤਾ ਗਿਆ। ਮਨੁੱਖੀ ਅਧਿਕਾਰ ਐਮਨੈਸਟੀ ਨੇ ਵੀ ਭਾਰਤ ਵਿੱਚ ਹੁੰਦੀਆਂ ਇਹਨਾਂ ਘਟਨਾਵਾਂ ਉੱਪਰ ਚਿੰਤਾ ਜ਼ਾਹਿਰ ਕੀਤੀ ਹੈ। ਇਹਨਾਂ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਦੇਣ ਵਿੱਚ ਵੀ ਭੇਦਭਾਵ ਕੀਤਾ ਗਿਆ ਹੈ ਤੇ ਵਿਰੋਧ ਨੂੰ ਬਹੁਤ ਹੀ ਮਜ਼ਬੂਤੀ ਦੇ ਨਾਲ ਦਬਾ ਦਿੱਤਾ ਜਾਂਦਾ ਹੈ। ਹਾਲਾਂਕਿ ਭਾਰਤ ਨੇ ਮਨੁੱਖੀ ਅਧਿਕਾਰਾਂ ਪ੍ਰਤੀ ਆਪਣੀ ਪ੍ਰਤੀਬੱਧਤਾ ਜ਼ਾਹਿਰ ਕਰਦੇ ਹੋਏ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਸ ਨੇ ਅਪ੍ਰੈਲ 2021 ਵਿੱਚ ਭਾਰਤ ਯੂਰਪੀ ਯੂਨੀਅਨ ਸੰਵਾਦ ਵਿੱਚ ਮਨੁੱਖੀ ਅਧਿਕਾਰਾਂ ਪ੍ਰਤੀ ਆਪਣੀ ਪ੍ਰਤੀਬੱਧਤਾ ਅਤੇ ਨਿਸ਼ਠਾ ਬਾਰੇ ਭਰੋਸਾ ਦਿਵਾਇਆ ਹੈ। ਭਾਰਤ ਦੇ ਮੁੱਖ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਭਾਰਤ ਵਿੱਚ ਨਾਗਰਿਕ ਸਮਾਜੀ ਸਮੂਹਾਂ ਦਾ ਯੁੱਧ ਦੇ ਨਵੇਂ ਫਰੰਟ ਦੇ ਰੂਪ ਦੇ ਵਿੱਚ ਵੇਰਵਾ ਦਿੱਤਾ ਹੈ ਤੇ ਕਿਹਾ ਹੈ ਕਿ ਉਸ ਨੂੰ ਰਾਸ਼ਟਰ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਲਈ ਵਰਤਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਵੀ ਇਹਨਾਂ ਵਿਚਾਰਾਂ ਨਾਲ ਆਪਣੀ ਜੋ ਆ ਮੁਤਫਿਕਤਾ ਜ਼ਾਹਿਰ ਕੀਤੀ ਆ, ਪਰ ਇਸ ਦੇ ਬਾਵਜੂਦ ਹਾਲਾਤ ਹੁਣ ਵੀ ਇਹਨਾਂ ਦਿਨਾਂ ਦੇ ਵਿੱਚ ਵੀ ਇਹੀ ਨਜ਼ਰ ਆ ਰਹੇ ਆ ਕਿ ਵਾਕਿਆ ਹੀ ਆਵਾਜ਼ ਜਿਹੜੀ ਆ ਉਹ ਉਠਾਉਣ ਨਹੀਂ ਦਿੱਤੀ ਜਾ ਰਹੀ। ਵਾਕਿਆ ਹੀ ਸੱਚੀ ਗੱਲ ਸੁਣਨਾ ਵੀ ਇਸ ਹਕੂਮਤਾਂ ਨੂੰ ਪਸੰਦ ਨਹੀਂ ਹੁੰਦਾ। ਕਈ ਵਾਰੀ ਉਹ ਕੁਛ ਹਾਲੇ ਚੱਲ ਰਿਹਾ ਆ। ਬੇਸ਼ੱਕ ਇਸ ਦੇ ਉੱਤੇ ਦਾਅਵੇ ਕੋਈ ਵੀ ਹਕੂਮਤ ਜਿੰਨੇ ਮਰਜ਼ੀ ਕਰ ਲਵੇ, ਮੌਜੂਦਾ ਹਕੂਮਤ ਵੀ ਭਾਵੇਂ ਕਰ ਲਵੇ, ਪਰ ਸੱਚਾਈ ਜਿਹੜੀ ਹੈ ਉਸ ਨੂੰ ਲੁਕੋਇਆ ਨਹੀਂ ਜਾ ਸਕਦਾ ਗਾ। ਸੋ ਫਿਲਹਾਲ ਜੇ ਵਾਕਿਆ ਹੀ ਹਿੰਦੁਸਤਾਨੀ ਰਾਸ਼ਟਰ ਇਹ ਮੁਲਕ ਬਣ ਜਾਵੇ ਤੇ ਇਸ ਤੋਂ ਵਧੀਆ ਹੋਰ ਕੁਝ ਵੀ ਨਹੀਂ ਹੋ ਸਕਦਾ। ਕੈਮਰਾ ਪਰਸਨ ਜਸ਼ਨਦੀਪ ਦੇ ਨਾਲ ਕਮਲਜੀਤ ਸਿੱਧੂ, 1 TV।